दोस्तों अमेरिकन इमीग्रेशन तो दो खबरां ने 9 मई 2026 है सैटरडे का दिन है। पहली खबर तो बहुत सारे इमीग्रेंट्स वास्ते बहुत ही इंपोर्टेंट है, स्पैशली वो लोगों वास्ते जिन्हों के केस इस टाइम पेंडिंग ने या जमा होने वाले ने, फ्यूचर जो इमीग्रेंट्स ने। वो खबर है कि डिपार्टमेंट ऑफ होमलैंड सिक्योरिटी ने एक नवा कानून फाइनलाइज किया है। वो कानून के दो हिस्से ने, मैं दोवें हिस्से लग दसांगा। पहला हिस्सा जरा आसान है, दूजा हिस्सा जरा खतरनाक है। पहला हिस्सा कहता है कि जो तुसी हुण डॉक्यूमेंट जमा कराओगे, फॉर्म जमा कराओगे, ਉਹਦੇ ਉੱਤੇ ਤੁਸੀਂ ਸਾਈਨ ਕਰਦੇ ਹੋ। ਅਗਰ ਤੁਹਾਡੇ ਸਾਈਨ ਸਾਡੇ ਕੋਲ ਪਹਿਲੇ ਸਾਈਨ ਹੋਏ ਉਹਦੇ ਨਾਲ ਨਾ ਮਿਲਦੇ ਹੋਏ, ਜਾਂ ਤੁਹਾਡੇ ਸਾਈਨ ਫਰਾਡ ਹੋਏ, ਤੁਸੀਂ ਕਿਸੇ ਕੋਲੋਂ ਕਰਵਾਏ ਜਾਂ ਕਿਸੇ ਦੀ ਜਗ੍ਹਾ ਤੇ ਕੀਤੇ ਹੋਏ, ਜਾਂ ਤੁਸੀਂ ਸਹੀ ਸਿਆਹੀ ਨਾਲ ਨਾ ਕੀਤੇ ਹੋਏ, ਜਾਂ ਤੁਸੀਂ ਸਾਈਨਾਂ ਦੇ ਵਿੱਚ ਫਰਕ ਲਿਆਂਦਾ ਹੋਇਆ, ਤੇ ਅਸੀਂ ਤੁਹਾਡਾ ਕੇਸ ਉਸੇ ਵੇਲੇ वापस भेज देंगे, डिनाई कर देंगे, ਤੁਹਾਡਾ पैकेट फीस सब कुछ वापस चली जाएगी। ਇਹਦਾ ਨੁਕਸਾਨ ਕੀ ਹੋਏਗਾ? ਦੁਬਾਰਾ ਤੁਸੀਂ ਪੈਕਟ ਬਣਾਓਗੇ, ਦੁਬਾਰਾ ਫੀਸ ਜਮਾ ਕਰਾਓਗੇ, ਦੁਬਾਰਾ ਸਭ ਕੁਝ ਕਰੋਗੇ, ਔਰ ਤੁਹਾਡਾ ਟਾਈਮ ਜਾਏਗਾ, ਨਵੀਂ ਪ੍ਰਾਇੋਰਟੀ ਡੇਟ, ਨਵਾਂ ਸਭ ਕੁਝ ਹੋਏਗਾ। ਔਰ ਇਹ ਤੁਹਾਨੂੰ ਪਤਾ ਮਹੀਨਿਆਂ ਦੀਆਂ ਗੱਲਾਂ ਹੁੰਦੀਆਂ ਨੇ, ਦਿਨਾਂ ਦੀਆਂ ਨਹੀਂ ਹੁੰਦੀਆਂ। ਇਹ ਪਹਿਲਾ ਹਿੱਸਾ ਹੈ ਜਿਹੜਾ ਆਸਾਨ ਹੈ। ਦੂਸਰੇ ਹਿੱਸੇ ਚੋਂ ਕਹਿੰਦਾ ਨਹੀਂ, ਤੁਹਾਡਾ ਕੇਸ ਇੱਥੋਂ ਨਿਕਲ ਗਿਆ, ਅਗਲੇ ਕਿਸੇ ਜਗ੍ਹਾ ਤੇ ਜਾ ਕੇ ਜਦੋਂ ਇਮੀਗ੍ਰੇਸ਼ਨ ਅਫੀਸਰ ਚੈੱਕ ਕਰ ਰਿਹਾ, ਉੱਥੇ ਅਗਰ ਉਹਨੇ ਫੜ ਲਿਆ, ਹੁਣ ਕੀ ਕਰਾਂਗੇ ਅਸੀਂ? ਸੇਮ ਇਹੋ ਹੀ ਪ੍ਰੋਬਲਮ ਹੋਈਆਂ, ਜੈਲੀ ਸਾਈਨ ਹੋਏ, ਸਾਈਨ ਆਪਸ 'ਚ ਨਾ ਮਿਲਦੇ ਹੋਏ, ਸਿਆਹੀ ਸਹੀ ਨਾ ਹੋਈ, ਜਾਂ ਸਾਈਨ ਕੀਤੇ ਹੀ ਨਾ ਹੋਏ। ਫਿਰ ਅਸੀਂ ਕੀ ਕਰਾਂਗੇ ਜਨਾਬ ਅਗਲੇ ਮਰਹਲੇ ਦੇ ਵਿੱਚ ਕਿ ਜਨਾਬ ਅਸੀਂ ਤੁਹਾਡਾ ਕੇਸ ਤੇ ਵਾਪਸ ਕਰਾਂਗੇ, ਲੇਕਿਨ ਤੁਹਾਡੀ ਫੀਸ ਵਾਪਸ ਨਹੀਂ ਕਰਾਂਗੇ। ਜਿੰਨੀ ਮਰਜ਼ੀ ਜਿਹੜੇ ਮਰਜ਼ੀ ਕੇਸ ਦੀ ਫੀਸ ਹੋਏ, ਉਹ ਫੀਸ ਅਸੀਂ ਰੱਖ ਲਾਂਗੇ। ਕਿਉਂ? ਕਿ ਸਾਡੇ ਰਿਸੋਰਸਿਸ ਇਸਤੇਮਾਲ ਹੋ ਚੁੱਕੇ ਨੇ, ਸਾਡਾ ਟਾਈਮ ਲੱਗ ਚੁੱਕਿਆ, ਸਾਡੀ ਬਿਜਲੀ ਲੱਗ ਚੁੱਕੀ, ਸਾਡਾ ਸਟਾਫ ਆਇਆ, ਸਾਡਾ ਸਭ ਕੁਝ ਹੋ ਚੁੱਕਿਆ। ਹੁਣ ਅਸੀਂ ਤੁਹਾਡੀ ਫੀਸ ਵਾਪਸ ਨਹੀਂ ਜੇ ਕਰਨੀ। ਇਹਦੇ ਦੋ ਹਿੱਸੇ ਜੇ। ਮੇਰੀ ਹੁਣ ਤੁਹਾਡੇ ਤੋਂ ਰਿਕੁਐਸਟ ਹੈ ਕਿ ਪਲੀਜ਼ ਆਪਣੇ ਜਦੋਂ ਫਾਰਮ ਫਿਲ ਕਰਦੇ ਹੋ ਖੁਦ ਸਾਈਨ ਕਰੋ, ਸਹੀ ਸਾਈਨ ਕਰੋ। ਬਹੁਤ ਸਾਰੇ ਲੋਕਾਂ ਦੀ ਪ੍ਰੋਬਲਮ ਹੁੰਦੀ ਹੈ, ਉਹ ਜ਼ਿਆਦਾ ਸਾਈਨ ਨਹੀਂ ਕਰ ਰਹੇ ਹੁੰਦੇ। ਸਾਰੇ ਸਾਈਨ ਅਸੀਂ ਕਿਹੜਾ ਕਰਨੇ ਆ? ਜਿਹੜੇ ਲੋਕ ਦਫ਼ਤਰਾਂ 'ਚ ਜਾਂਦੇ ਹੀ ਨਹੀਂ, ਉਹਨਾਂ ਦਾ ਬਿਲਕੁਲ ਹੀ ਸਾਈਨਾਂ ਨਾਲ ਕੋਈ ਤਾਲੁਕ ਹੀ ਨਹੀਂ ਹੁੰਦਾ, ਤੇ ਉਹ ਜਦੋਂ ਸਾਈਨ ਕਰਦੇ ਨੇ ਸਾਈਨਾਂ 'ਚ ਫਰਕ ਆ ਜਾਂਦਾ। ਤੇ ਜਦੋਂ ਤੁਸੀਂ ਫਾਰਮ ਤੇ ਸਾਈਨ ਕਰਨੇ ਨੇ, ਸਾਈਨਾਂ ਦੀ ਪ੍ਰੈਕਟਿਸ ਕਰੋ। ਜਿਹੜਾ ਪਹਿਲੇ ਸਾਈਨ ਕੀਤਾ ਹੈ ਉਹਦੇ ਮੁਤਾਬਕ ਕਰੋ, ਸਹੀ ਸਿਆਹੀ ਇਸਤੇਮਾਲ ਕਰੋ, ਖੁਦ ਕਰੋ। ਜਿੱਥੇ ਉਹ ਕਹਿੰਦਾ ਡਿਜੀਟਲ ਸਾਈਨ, ਸਿਰਫ ਉੱਥੇ ਡਿਜੀਟਲ ਕਰੋ, ਬਾਕੀ ਸਾਰੇ ਹੱਥ ਨਾਲ ਕਰੋ। ਇਹ ਮੇਰਾ ਤੁਹਾਨੂੰ ਮਸ਼ਵਰਾ ਹੈ, ਨਹੀਂ ਤੇ ਇੱਕ ਵੱਡੀ ਮੁਸੀਬਤ 'ਚ ਫਸ ਜਾਓਗੇ, ਪੈਸੇ ਵੀ ਜ਼ਾਇਆ ਕਰੋਗੇ। ਇਹ ਕਾਨੂੰਨ ਜਿਹੜਾ ਫਾਈਨਲ ਮਰਹਲੇ 'ਚ ਹੁਣ ਪਬਲਿਕੇਸ਼ਨ ਇਹਦੀ ਹੋ ਲੱਗੀ ਹੈ, ਪਬਲਿਕ ਵਾਸਤੇ ਇਹਨੂੰ 60 ਦਿਨਾਂ ਵਾਸਤੇ ਖੋਲਿਆ ਜਾਏਗਾ। ਲੋਕੀ ਇੱਥੇ ਕਮੈਂਟਸ ਦੇਣਗੇ, ਉਸ ਤੋਂ ਬਾਅਦ ਫਿਰ ਇਹ ਕਾਨੂੰਨ ਬਣੇਗਾ। ਇਹ ਤਾਂ ਪਹਿਲੀ ਖਬਰ। ਦੂਸਰੀ ਖਬਰ ਹੈ ਕਿ ਜਨਾਬ ਕੱਲ ਡਿਸਟ੍ਰਿਕਟ ਕੋਰਟ ਦੇ ਵਿੱਚ 12 ਲੋਕਾਂ ਦੀ ਡੀਨੈਸ਼ਨਲਾਈਜੇਸ਼ਨ ਦਾ ਕੇਸ ਕੀਤਾ ਹੈ ਜਸਟਿਸ ਡਿਪਾਰਟਮੈਂਟ ਨੇ। ਉਹ ਕੀ ਹੈ ਜਨਾਬ? ਉਹਦੇ ਉੱਤੇ ਫਿਰ ਲੋਕੀ ਪਰੇਸ਼ਾਨ ਹੋ ਗਏ, ਜ਼ਾਹਰ ਹੈ ਕਿ ਯਾਰ ਉਹ ਕੇਸ ਹੋ ਗਿਆ, ਹੁਣ ਤੇ ਬੜਾ ਮਸਲਾ ਬਣ ਗਿਆ, ਔਰ ਇਹ ਜਿਹੜਾ ਹੋਈਏਗਾ ਪਤਾ ਨਹੀਂ ਕਿ ਲੋਕਾਂ ਦੀਆਂ ਸਿਟੀਜ਼ਨਸ਼ਿਪਾਂ ਖਤਮ ਹੋਣੀਆਂ ਸ਼ੁਰੂ ਹੋ ਗਈਆਂ ਨੇ। ਤੇ ਫਿਰ ਮੈਂ ਮਜਬੂਰ ਹੋ ਕੇ ਸਾਰਾ ਕੇਸ ਪੜ੍ਹਿਆ, ਪੂਰੇ 12 ਬੰਦਿਆਂ ਦੇ ਕੇਸ ਪੜ੍ਹੇ। ਹੁਣ ਮੈਂ ਤੁਹਾਨੂੰ ਦੱਸ ਦੇਣਾ, ਉਹ ਕਿ ਜਿਹੜੇ ਕੇਸ ਨੇ ਅਗਰ ਤੁਸੀਂ ਉਹਦੇ ਵਿੱਚ ਫਿੱਟ ਹੁੰਦੇ ਹੋ ਤੇ ਫਿਰ ਪਰੇਸ਼ਾਨ ਹੋਵੋ, ਤੇ ਜੇ ਤੁਸੀਂ ਉਹਦੇ 'ਚ ਫਿੱਟ ਨਹੀਂ ਹੁੰਦੇ ਤੇ ਫਿਰ ਇਹੋ ਜਿਹੀ ਖਬਰ ਦੇ ਉੱਤੇ ਗੌਰ ਹੀ ਨਾ ਕਰਿਆ ਕਰੋ। ਮੈਂ ਤੇ ਵੀਡੀਓ ਨਹੀਂ ਸੀ ਬਣਾਉਣੀ, ਲੇਕਿਨ ਤੁਸੀਂ ਲੋਕਾਂ ਨੇ ਕਿਉਂਕਿ ਮੈਨੂੰ ਬਾਰ-ਬਾਰ ਪੁੱਛਿਆ, ਡਰੇ ਸੀ, ਮੈਂ ਕਿਹਾ ਚਲੋ ਮੈਂ ਇੱਕ ਐਕਸਪਲੇਨੇਸ਼ਨ ਵੀਡੀਓ ਬਣਾਦਾ ਤਾਂ ਤੁਹਾਨੂੰ ਐਕਸਪਲੇਨ ਕਰਦਾ ਕਿ ਕੀ ਨੇ। ਮਰਡਰ, ਚਾਈਲਡ ਰੇਪ, ਅਸਲੇ ਦੀ ਸਮਗਲਿੰਗ, ਟੈਰਰਿਸਟ ਐਕਟੀਵਿਟੀ, ਫਾਈਨੈਂਸ਼ੀਅਲ ਫਰਾਡ, ਇਹ ਜੇ ਜਨਾਬ ਕੇਸ। ਹੁਣ ਇਹ ਵੱਡੇ ਜੁਰਮ ਨੇ। ਸਾਡੇ ਦੇਸੀ ਲੋਕੀ ਵਿਚਾਰੇ 99% ਨੂੰ ਤੇ ਇਹ ਜੁਰਮ ਦੀ ਸਮਝ ਹੀ ਨਹੀਂ ਹੋਣੀ ਹੈ ਕੀ ਕੋਈ ਸਾਡਾ ਤਾਲੁਕ ਹੀ ਨਹੀਂ ਹੈਗਾ ਜੁਰਮਾਂ ਦੇ ਨਾਲ। 99% ਲੋਕਾਂ ਦਾ ਕਹਿ ਰਹੇ ਆ। ਸਿਰਫ ਕੀ ਹੁੰਦਾ ਕਿ ਅਸੀਂ ਕਿਉਂਕਿ ਇਮੀਗ੍ਰੈਂਟ ਆ, ਜਦੋਂ ਇਹੋ ਜਿਹੀ ਖਬਰ ਅਸੀਂ ਪੜ੍ਹਨੇ ਆ, ਸੁਣਨੇ ਆ, ਅਸੀਂ ਇੱਕਦਮ ਸਾਡੇ ਕੰਨ ਖੜੇ ਹੁੰਦੇ ਨੇ, ਉਹ ਯਾਰ ਇਹ ਤੇ ਸਿਟੀਜ਼ਨਸ਼ਿਪਾਂ ਖਤਮ ਹੋ ਰਹੀਆਂ ਨੇ। ਇਹ ਨਾਰਮਲ ਪ੍ਰੈਕਟਿਸ ਹੈ, ਹੁੰਦੀ ਹਰ ਸਦਰ ਕਰਦਾ। ਅਗਰ ਤੁਸੀਂ ਇਹ ਜੁਰਮ ਕਰੋਗੇ ਤੁਹਾਡੀ ਸਿਟੀਜ਼ਨਸ਼ਿਪ ਖਤਮ ਹੋਣੀ ਹੈ, ਕਿ ਕੋਈ ਵੀ ਹੋਵੇ। ਐਤਕੀ ਇਸ ਗੌਰਮੈਂਟ ਦੀ ਜ਼ਰਾ ਜ਼ਿਆਦਾ ਸਖਤੀ ਹੈ। ਤੇ ਜੇ ਤੁਸੀਂ ਇਸ ਕੈਟੇਗਰੀ ਦੇ ਨਹੀਂ ਹੈਗੇ ਤੇ ਤੁਹਾਨੂੰ ਡਰਨ ਦੀ ਕੀ ਜ਼ਰੂਰਤ ਹੈਗੀ? ਆਪਣੇ ਕੰਮ ਨਾਲ ਕੰਮ ਰੱਖੋ, ਆਪਣਾ ਸਕੂਨ ਆਪਣੀ ਫੈਮਿਲੀ ਨਾਲ ਇੰਜੋਏ ਕਰੋ, ਸਭ ਕੁਝ ਕਰੋ। ਹਰ ਖਬਰ ਹਰ ਬੰਦੇ ਵਾਸਤੇ ਨਹੀਂ ਹੁੰਦੀ, ਇਸ ਵਾਸਤੇ ਮੈਂ ਹਰ ਖਬਰ ਦੇ ਉੱਤੇ ਵੀਡੀਓ ਨਹੀਂ ਬਣਾਉਂਦਾ, ਕਿਉਂਕਿ ਉਹਦੇ ਨਾਲ ਤੁਹਾਡਾ ਕੋਈ ਤਾਲੁਕ ਨਹੀਂ ਹੁੰਦਾ। ਲੇਕਿਨ ਜਦੋਂ ਤੁਸੀਂ ਬਾਰ-ਬਾਰ ਮੈਨੂੰ ਸਵਾਲ ਕਰਦੇ ਹੋ, ਮੈਂ ਸਮਝਦਾ ਯਾਰ ਲੋਕੀ ਪਰੇਸ਼ਾਨ ਨੇ, ਚੱਲ ਜ਼ਰਾ ਵੀਡੀਓ ਬਣਾ ਦੇ। ਇਹ ਜਿਹੜੀ ਦੂਜੀ ਖਬਰ ਹੈ ਨਾ, ਇਹ ਸਿਰਫ ਤੁਹਾਡੀ ਪਰੇਸ਼ਾਨੀ ਦੂਰ ਕਰਨ ਵਾਸਤੇ ਵੇ ਕਿ ਤੁਹਾਡਾ ਇਹਦੇ ਨਾਲ ਕੋਈ ਤਾਲੁਕ ਨਹੀਂ ਹੈਗਾ। ਬਾਕੀ ਇਹ ਖਬਰ ਬਣਾਉਣ ਦੀ ਵੀਡੀਓ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ ਸੋ ਮਚ।